ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉਹ ਨੇ ਜਿਹੜੇ ਧਰਮ ਸਿੱਖਦੇ ਨੇ ਬੰਦਿਆਂ ਤੋਂ। ਕੋਈ ਕਿਸੇ ਤਰੀਕੇ ਨਾਲ ਧਰਮ ਨਿਭਾਉਣਾ ਸਿਖਾਉਂਦਾ ਹੈ, ਕੋਈ ਕਿਸੇ ਤਰੀਕੇ ਨਾਲ ਸਿਖਾਉਂਦਾ ਹੈ। ਇੱਕ ਉਹ ਨੇ ਬਖਸ਼ਿਸ਼ ਦੇ ਪਾਤਰ ਜਿਹੜੇ ਧਰਮ ਸਿੱਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ। ਇਸ ਭਾਵਨਾ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਿਤਨੇ ਉਪਦੇਸ਼ ਨੇ, ਮੇਰੇ ਗੁਰੂ ਦਾ ਗੁਰਸਰੂਪ ਹੈ ਤੇ ਰੱਬ ਦਾ ਗਿਆਨ ਰੂਪੀ ਨਾਮ ਹੈ। ਉਸ ਨੂੰ ਉਸ ਤੋਂ ਸਿੱਖਣ ਦੀ ਭਾਵਨਾ ਬਣਾਉਣ ਵਾਸਤੇ ਮੇਰੇ ਗੁਰੂ ਦੀ ਆਵਾਜ਼, ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਉਹ ਰੱਬੀ ਬਾਣੀ ਹੈ, ਸੱਚਾ ਗਿਆਨ ਹੈ, ਰੱਬ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਉਹਨੂੰ ਸਤਿਗੁਰ ਸਰੂਪ ਕਿਹਾ ਖੋਆ। ਫਿਰ ਕਮਾਲ ਹੈ, ਸਮਝ ਲੱਗਦੀ ਮੈਨੂੰ ਧਰਮ ਕਿੱਦਾਂ ਸਿਖਾਇਆ ਗਿਆ ਸੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਾਂ ਕਮਾਲ ਹੀ ਕਮਾਲ ਹੈ। ਸੋਚ ਤੇ ਸੁਭਾਅ ਨੂੰ ਸ਼ਿੰਗਾਰਨ ਦੇ ਕਮਾਲ ਦੇ ਨੁਕਤੇ ਨੇ। ਸੋਚ ਸੁਭਾਅ ਸੰਵਰਨਗੇ ਤਾਦੀ ਕਿਤੇ ਘਰ ਦਾ ਮਾਹੌਲ ਸੰਵਰੇਗਾ, ਤਾਦੀ ਸਮਾਜ ਦਾ ਮਾਹੌਲ ਸੰਵਰੇਗਾ। ਆਓ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਤੋਂ ਸਿੱਖੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 122 ਦੇ ਉੱਪਰ ਅੰਕਿਤ ਮਾਝ ਰਾਗ ਦੀ 21ਵੀਂ ਅਸ਼ਟਪਦੀ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 20ਵੀਂ ਅਸ਼ਟਪਦੀ, ਉਹਦੇ 4 ਪਦਿਆਂ ਦੀ ਵਿਚਾਰ ਆਪਾਂ ਕੱਲ ਪਿਛਲੇ ਐਪੀਸੋਡ ਵਿੱਚ ਕੀਤੀ ਸੀ। ਅੱਜ ਇਹ 5ਵਾਂ ਪਦਾ ਸ਼ੁਰੂ ਹੋ ਰਿਹਾ ਹੈ। ਗੁਰਮੁਖ ਭਗਤ ਜਾਂ ਆਪ ਕਰਾਏ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਸੋਚ ਤੇ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਰੂਪ ਵਿੱਚ ਮੰਨਣਾ ਔਰ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣਾ। ਇਹ ਜਿਹੜੀ ਭਗਤੀ ਹੈ ਨਾ, ਇਹ ਜਦੋਂ ਸਿੱਖਣ ਦੀ ਭਾਵਨਾ ਬਣਦੀ, ਮੰਨਣ ਦੀ ਭਾਵਨਾ ਬਣਦੀ, ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਫਿਰ ਉਹ ਆਪ ਹੀ ਕਰਵਾਉਂਦੇ ਨੇ। ਆਖੋ ਇੱਥੇ ਗੱਲ ਯਾਦ ਰੱਖਿਓ, ਉਦਮ ਵੀ ਕਰਨਾ ਹੈ, ਯਤਨ ਕਰਨੇ ਨੇ, ਸਖਤ ਮਿਹਨਤ ਕਰਨੀ ਹੈ, ਪਰ ਵਿਸ਼ਵਾਸ ਰੱਖਣਾ ਹੈ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਾ ਕੇ ਆਪੇ ਕਰਾ ਰਹੇ ਨੇ। ਆਖੋ ਇਸ ਭਾਵਨਾ ਵਿੱਚ ਤਨ ਮਨ ਰਾਤਾ ਸਹਿਜ ਸੁਭਾਏ। ਤਨ ਤੇ ਮਨ ਦੋ ਗੁਣਾਂ ਦੇ ਪਿਆਰ ਵਿੱਚ ਰੰਗਿਆ ਜਾਂਦਾ। ਇੱਕ ਅਡੋਲਤਾ, ਤੁਰੇ ਰਹਿਣਾ ਹਰ ਹਾਲਾਤ ਵਿੱਚ। ਦੂਸਰਾ ਗੂੜੀ ਪ੍ਰੀਤ, ਮਨ ਰੰਗਿਆ ਜਾਏਗਾ, ਅਡੋਲਤਾ ਸੁਭਾਅ ਵਿੱਚ ਆਏਗੀ, ਅਡੋਲਤਾ ਸੋਚ ਵਿੱਚ ਵੀ ਆਏਗੀ। ਗੂੜੀ ਪ੍ਰੀਤ ਸੁਭਾਅ ਵਿੱਚ ਝਲਕੇਗੀ, ਗੂੜੀ ਪ੍ਰੀਤ ਸੋਚ ਵਿੱਚ ਵਰਤਾਰੇ ਵਰਤਾਏਗੀ। ਇਹ ਮਨ ਰਾਤਾ ਹੋ ਗਿਆ। ਤਨ ਰਾਤਾ, ਕਰਮ ਕਰਨੇ ਨੇ ਗੁਰੂ ਦੇ ਮਾਰਗ ਦੇ, ਰੱਬ ਦੇ ਮਾਰਗ ਦੇ।
ਜ਼ਿੰਦਗੀ ਦੀਆਂ ਲੋੜਾਂ, ਪਰਿਵਾਰਕ ਲੋੜਾਂ ਨਿਭਾਉਣ ਵਾਸਤੇ ਕਮਾਈ ਕਰਨੀ ਹੈ, ਪਰ ਇਤਨੀ ਉਲਝਣ ਤਾਣੀ ਨਹੀਂ ਪੈਦਾ ਕਰਨੀ ਉਸ ਉਲਝਣ ਤਾਣੀ ਵਿੱਚ ਫਸ ਕੇ ਪਰਉਪਕਾਰੀ ਨਾ ਹੋ ਸਕੇ। ਇੱਕ ਪਰਉਪਕਾਰੀ ਹੈ, ਪਰਉਪਕਾਰ ਦਾ ਮਿਸ਼ਨ ਵੀ ਰੱਖਣਾ। ਪਰਉਪਕਾਰ ਕਰਨ ਦੇ ਬੜੇ ਤਰੀਕੇ ਨੇ, ਬਹੁਤ ਤਰੀਕੇ ਨੇ। ਪਰ ਕੋਸ਼ਿਸ਼ ਕਰਨੀ, ਜਿੱਥੇ ਪਰਉਪਕਾਰ ਦੇ ਨਾਲ ਗੁਰੂ ਦੀ ਸਿੱਖੀ ਦੀ ਚੜ੍ਹਦੀ ਕਲਾ ਜੁੜਦੀ ਹੈ, ਉਸ ਨੂੰ ਤਰਜੀਹ ਦੇਣੀ ਹੈ, ਫਸਟ ਪ੍ਰਾਇਓਰਟੀ 'ਤੇ ਰੱਖਣਾ। ਪਰਉਪਕਾਰ ਦਾ ਕਾਰਜ ਹੋ ਜਾਵੇ ਜਿਹੜਾ ਦੂਸਰਿਆਂ ਲਈ ਹੋਵੇ, ਉਹਦੇ ਨਾਲ ਸਿੱਖੀ ਵੀ ਵੰਡੀ ਜਾਵੇ, ਗੁਰਬਾਣੀ, ਗੁਰਮਤ ਵੀ ਲੋਕਾਂ ਦੇ ਅੰਦਰ ਚਾਉ ਜਗਾਇਆ ਜਾਵੇ। ਉਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਤਦ ਹੀ ਹੋਏਗੀ ਜਦੋਂ ਗੁਰੂ ਦੇ ਉਪਦੇਸ਼ ਵਿੱਚੋਂ ਨਿਕਲੇ ਹੋਏ ਰੱਬੀ ਉਪਦੇਸ਼, ਗਿਆਨ ਰੂਪੀ ਨਾਮ, ਉਸ ਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ ਭਗਤੀ ਬਣ ਗਿਆ। ਮਨ ਤੇ ਤਨ ਜਿਹੜਾ ਹੈ ਅਡੋਲਤਾ ਅਤੇ ਗੂੜੀ ਪ੍ਰੀਤ ਦੇ ਪਿਆਰ ਵਿੱਚ ਰੰਗਿਆ ਗਿਆ। ਬਾਣੀ ਵੱਜੈ ਸ਼ਬਦ ਬਜਾਏ, ਗੁਰਮੁਖ ਭਗਤ ਥਾਏ ਪਾਵਣਿਆ, ਅੰਦਰ ਗੁਰਬਾਣੀ ਗੂੰਜੇਗੀ। ਵੱਜੈ ਤੋਂ ਭਾਵ ਪ੍ਰਭਾਵ ਪਾਏਗੀ। ਗੁਰੂ ਦੀ ਆਵਾਜ਼ ਨੇ, ਰੱਬ ਦੀ ਬਾਣੀ ਨੇ ਤੇਰੇ ਅੰਦਰ ਹੁਲਾਰੇ ਦੇਣੇ ਨੇ, ਜਜ਼ਬੇ ਪੈਦਾ ਕਰਨੇ। ਤੇ ਗੁਰੂ ਦੇ ਉਪਦੇਸ਼ ਸ਼ਬਦ ਬਜਾਏ, ਸ਼ਬਦ ਨੇ ਰਹਿਨੁਮਾਈ ਕਰਨੀ ਹੈ, ਦਿਸ਼ਾ ਨਿਰਦੇਸ਼ ਦੇਣੇ ਨੇ, ਕੀ ਕਰਨਾ ਹੈ, ਕੀ। ਗੁਰੂ ਦੇ ਉਪਦੇਸ਼ ਨੇ ਦੱਸਣਾ ਹੈ ਕਿ ਇੱਥੇ ਬੋਲਣਾ ਹੈ ਜਾਂ ਚੁੱਪ ਰਹਿਣਾ ਹੈ। ਦੁਨੀਆ ਕਹਿੰਦੀ ਹੈ ਕਿ ਉਹ ਤੇਰਾ ਵਿਰੋਧ ਕਰ ਰਹੇ ਨੇ, ਤੇਰੇ ਨਾਲ ਨਫ਼ਰਤ ਕਰ ਰਹੇ ਨੇ, ਤੂੰ ਸਪਸ਼ਟੀਕਰਨ ਦੇ। ਉਹ ਕਹਿੰਦਾ ਨਹੀਂ, ਮੈਂ ਆਪਣੇ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹਾਂ। ਸਮਾਂ ਬੜਾ ਸਮਰੱਥ ਹੈ, ਸਮਾਂ ਆਪੇ ਸਪਸ਼ਟੀਕਰਨ ਦੇਗਾ। ਮੇਰੀ ਜ਼ਿੰਦਗੀ ਦੇ ਕਰਮ ਸਪਸ਼ਟੀਕਰਨ ਦਿੰਦੇ ਰਹਿਣਗੇ, ਮੇਰੀ ਮੌਤ ਤੋਂ ਬਾਅਦ ਵੀ ਦਿੰਦੇ ਰਹਿਣਗੇ। ਲੋਕ ਉਸ ਦੀ ਚੁੱਪ ਨੂੰ ਬੁਜ਼ਦਿਲੀ ਸਮਝਦੇ ਹੈ, ਪਰ ਵਾਹਿਗੁਰੂ ਜੀ ਉਹਦੀ ਚੁੱਪ ਨੂੰ ਪ੍ਰਵਾਨ ਕਰਦੇ ਨੇ, ਕਿਉਂਕਿ ਉਹਦੀ ਚੁੱਪ ਵੀ ਪਰਉਪਕਾਰ ਹੁੰਦੀ ਹੈ। ਕਿਉਂਕਿ ਜੇ ਉਹ ਬੋਲਦਾ ਹੈ ਤੇ ਸ਼ਾਇਦ ਖਿਲਾਰੇ ਜ਼ਿਆਦਾ ਪੈ ਜਾਣ ਆਖੋ। ਇਸ ਲਈ ਗੁਰਬਾਣੀ ਅੰਦਰੋਂ ਰਹਿਨੁਮਾਈ ਕਰਦੀ ਹੈ, ਗੁਰੂ ਦਾ ਸ਼ਬਦ ਉਪਦੇਸ਼ ਅੰਦਰੋਂ ਰਹਿਨੁਮਾਈ ਕਰਦਾ ਹੈ, ਉਹ ਕਮਾਲ ਹੈ। ਉਹਦੇ ਨਾਲ ਹੀ ਗੁਰਮੁਖ ਭਗਤ ਥਾਏ ਪਾਵਣਿਆ, ਉਹਦਾ ਜੀਵਨ ਜਿਉਣਾ ਭਗਤੀ ਬਣਦਾ ਹੈ, ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸਮਰਪਿਤ ਹੋ ਕੇ। ਫਿਰ ਉਹਦੀ ਜ਼ਿੰਦਗੀ ਇਸ ਤਰੀਕੇ ਨਾਲ ਚੱਲਦੀ, ਬਹੁਤ ਤਾਲ ਪੂਰੇ ਵਾਜੇ ਬਜਾਏ। ਅਸਲੀ ਮਾਰਗ ਤੇ ਤੁਰਨ ਵਾਲੀ ਜ਼ਿੰਦਗੀ ਸਵਾਰਥੀ ਨਹੀਂ ਹੁੰਦੀ, ਪਰਉਪਕਾਰੀ ਹੁੰਦੀ। ਉਹ ਗੁਰੂ ਨੂੰ, ਰੱਬ ਨੂੰ ਸਮਰਪਿਤ ਹੁੰਦੀ। ਪਰ ਜਿਹੜੇ ਸਵਾਰਥੀ ਹੁੰਦੇ ਨੇ, ਜਿਨ੍ਹਾਂ ਨੂੰ ਇਸ ਮਾਰਗ ਦੀ ਸਮਝ ਨਹੀਂ ਆਉਂਦੀ, ਬਹੁਤ ਤਾਲ ਪੂਰੇ ਵਾਜੇ ਬਜਾਏ, ਉਹਨਾਂ ਨੇ ਬੜੇ ਸੰਗੀਤ ਸਾਜ਼ਾਂ ਦੇ ਨਾਲ ਧਾਰਮਿਕ ਗੀਤ ਗਾਏ, ਪਰ ਨਾ ਉਪਦੇਸ਼ ਸੁਣਿਆ, ਨਾ ਮਨ 'ਚ ਵਸਾਇਆ। ਨਾ ਕੋ ਸੁਣੇ ਨਾ ਮਨ ਵਸਾਏ, ਗਾ ਲਿਆ। ਗਾਉਣ ਵੇਲੇ ਸੋਚਿਆ ਵਧੀਆ ਟਿਊਨ ਹੋਵੇ, ਲੋਕਾਂ ਨੂੰ ਫਲਾਨੀ ਫਿਲਮ ਦੀ ਟਿਊਨ ਵਧੀਆ ਲੱਗੇਗੀ, ਲੋਕਾਂ ਨੂੰ ਫਲਾਨੇ ਗਾਣੇ ਦੀ ਟਿਊਨ ਵਧੀਆ ਲੱਗੇਗੀ। ਉਸ ਗਾਣੇ ਅਨੁਸਾਰ, ਉਸ ਫਿਲਮ ਅਨੁਸਾਰ ਟਿਊਨ ਬਣਾ ਲਈ, ਲੋਕਾਂ ਨੂੰ ਚੰਗੀ ਵੀ ਲੱਗੀ। ਪਰ ਉਹ ਜੋ ਗਾਇਆ, ਧਾਰਮਿਕ ਗੀਤ ਗਾਇਆ, ਨਾ ਉਹਦਾ ਉਪਦੇਸ਼ ਆਪ ਸੁਣਿਆ, ਆਪ ਮੰਨਿਆ, ਨਾ ਦੂਸਰਿਆਂ 'ਤੇ ਅਸਰ ਹੋਇਆ। ਕਿਉਂ? ਅੰਦਰੋਂ ਸਮਰਪਿਤ ਨਹੀਂ। ਅੰਦਰ ਕੀ ਬੈਠਾ ਹੈ? ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੈ ਭਾਏ ਦੁੱਖ ਪਾਵਣਿਆ। ਉਹ ਤਾਂ ਪੈਸੇ ਦੀ ਪ੍ਰਾਪਤੀ ਵਾਸਤੇ ਕੀਤਾ ਜਾ ਰਿਹਾ, ਖੋਆ ਲੋਭ ਲਾਲਚ ਵਾਸਤੇ ਕੀਤਾ ਜਾ ਰਿਹਾ। ਜਿਹੜਾ ਕੰਮ ਆਪ ਸਮਰਪਿਤ ਨਹੀਂ ਹੈ, ਕੇਵਲ ਲੋਭ ਲਾਲਚ ਲਈ ਕੀਤਾ ਜਾ ਰਿਹਾ, ਉਹ ਕਰਮ ਕਾਂਡ ਹੁੰਦਾ ਹੈ, ਉਹ ਪਾਖੰਡ ਹੁੰਦਾ ਹੈ, ਉਹ ਧਰਮ ਨਹੀਂ ਹੁੰਦਾ। ਆਖੋ ਵਾਹਿਗੁਰੂ। ਧਰਮ ਤਾਂ ਉਹ ਬਣਦਾ ਹੈ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਉਹਦੇ ਅੰਦਰ ਗੂੜੀ ਪ੍ਰੀਤ ਹੁੰਦੀ। ਉਹ ਗਾਉਂਦੇ ਨੇ, ਆਪ ਸਮਰਪਿਤ ਹੋ ਕੇ ਗਾਉਂਦੇ ਨੇ। ਉਹ ਪਹਿਲਾਂ ਆਪ ਮੰਨਦੇ ਨੇ, ਆਪਣੇ ਤੇ ਲਾਗੂ ਕਰਦੇ ਨੇ, ਫਿਰ ਗਾਉਂਦੇ ਨੇ। ਉਹਦੇ ਨਾਲ ਹੋਰਾਂ ਦੇ ਜੀਵਨ, ਹੋਰਾਂ ਦੇ ਸੁਭਾਅ ਵੀ ਬਦਲਦੇ ਨੇ। ਆਖੋ ਭਾਈ ਹੀਰਾ ਸਿੰਘ ਜੀ ਵਰਗੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਇੱਕ ਉਹ ਆਲਾ ਰਾਗੀ ਹੋਏ ਨੇ, ਜਿਹੜੇ ਸ਼ਬਦ ਨੂੰ ਪਹਿਲਾਂ ਸਮਝ ਕੇ ਆਪਣੇ ਤੇ ਲਾਗੂ ਕਰਦੇ ਸਨ।
ਫਿਰ ਉਸ ਨੂੰ ਰਾਗਾਂ 'ਚ ਗਾਉਂਦੇ ਸਨ। ਆਖੋ ਵਾਹਿਗੁਰੂ। ਕਮਾਲ ਸੀ। ਜਿਹਦੇ ਅੰਦਰ ਪ੍ਰੀਤ ਹੈ ਉਹ ਆਪ ਉਸ ਨੂੰ ਸਮਰਪਿਤ ਹੁੰਦਾ ਹੈ। ਫਿਰ ਉਹ ਕੁਸੰਗੀ ਰਸਾਂ ਤੋਂ, ਪਸ਼ੂ ਪ੍ਰਵਿਰਤੀਆਂ ਤੋਂ ਉਹਦਾ ਮਨ ਬਚਦਾ ਹੈ। ਉਹ ਰੱਬ ਦੇ ਗੁਰੂ ਦੇ ਮਾਰਗ 'ਤੇ ਤੁਰਦਾ ਹੈ। ਉਹ ਜਦੋਂ ਹੋਰਨਾਂ ਨੂੰ ਸੁਣਾਉਂਦਾ ਹੈ ਉਹਦੇ 'ਤੇ ਅਸਰ ਪੈਂਦਾ ਹੈ। ਐਸਾ ਕੀਰਤਨ ਗੁਰੂ ਪਾਤਸ਼ਾਹ ਨੇ ਖੁਦ ਕਰਕੇ ਦਿਖਾਇਆ। ਗੁਰੂ ਨਾਨਕ ਪਾਤਸ਼ਾਹ ਨੇ ਕੀਰਤਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ ਬਾਕਮਾਲ ਕੀਰਤਨ ਕਰਦੇ ਸਨ। ਇਹ ਗੱਲ ਵੱਖਰੀ ਹੈ। ਸਾਡੇ ਚਿੱਤਰਕਾਰਾਂ ਨੇ, ਤਸਵੀਰਾਂ ਬਣਾਉਣ ਵਾਲਿਆਂ ਨੇ ਕੇਵਲ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਕੀਰਤਨ ਕਰਦੇ ਦਿਖਾਇਆ। ਗੁਰੂ ਅਮਰਦਾਸ ਸਾਹਿਬ ਜੀ ਦੀ ਐਸੀ ਕੋਈ ਚਿੱਤਰ ਕੋਈ ਨਹੀਂ ਦਿਖਿਆ। ਸਾਖੀਆਂ ਦੇ ਵਿੱਚ ਵੀ ਬਹੁਤੀਆਂ ਸਾਖੀਆਂ ਗੁਰੂ ਨਾਨਕ ਪਾਤਸ਼ਾਹ ਦੇ ਕੀਰਤਨ ਦੀਆਂ ਸੁਣਾਈਆਂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਾਕਮਾਲ ਕੀਰਤਨ ਕਰਦੇ ਸਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਾਕਮਾਲ ਕੀਰਤਨ ਵੀ ਕਰਦੇ ਸੀ, ਢਾਡੀ ਵੀ ਸਨ, ਕਿਉਂਕਿ 22 ਵਾਰਾਂ ਵਿੱਚੋਂ 8 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਕਮਾਲ ਕੀਰਤਨ ਕਰਦੇ ਸਨ। 10ਵੇਂ ਪਾਤਸ਼ਾਹ ਕਮਾਲ ਦਾ ਕੀਰਤਨ ਕਰਦੇ ਸਨ। ਉਹਨਾਂ ਦਿਖਾਇਆ ਸੀ ਕੀਰਤਨ ਗਾ ਕੇ ਸੁਣਾਉਣ ਨਾਲੋਂ ਪਹਿਲਾਂ ਆਪ ਉਸ ਨੂੰ ਸਮਰਪਿਤ ਹੋਣਾ। ਆਖੋ ਵਾਹਿਗੁਰੂ। ਜੋ ਸਮਰਪਿਤ ਹੋ ਗਿਆ ਇੰਦਰੀ ਵਸ ਸੱਚ ਸੰਜਮ ਜੁਗਤਾ, ਆਪਣੇ ਗਿਆਨ ਇੰਦਰੀਆਂ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਸੰਜਮ ਵਿੱਚ, ਕੰਨ ਨੇ ਸੁਣਨ ਵਾਸਤੇ ਨੇ, ਗੀਤ ਗਾਣੇ, ਨਿੰਦਾ ਚੁਗਲੀ ਇਹੋ ਜਿਹਾ ਸੁਣਨ ਤੋਂ ਗੁਰੇਜ਼ ਕਰਨ ਵਾਸਤੇ ਸਿਖਾਇਆ ਗੁਰੂ ਦੀ ਬਾਣੀ ਨੇ। ਗੁਰੇਜ਼ ਕਰਨਾ ਹੈ, ਸੰਕੋਚ ਕਰਨਾ ਹੈ, ਪਰਹੇਜ਼ ਕਰਨਾ ਹੈ, ਬਚਣਾ ਹੈ ਇਸ ਤੋਂ। ਇਹਨੂੰ ਸੰਜਮ ਕਹਿੰਦੇ ਨੇ। ਆਖੋ ਵਾਹਿਗੁਰੂ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰੂ ਦੇ ਉਪਦੇਸ਼ ਅਨੁਸਾਰ ਰੱਬ ਵੱਲ ਧਿਆਨ ਰੱਖਣਾ, ਰੱਬ ਨੂੰ ਧਿਆਉਣਾ, ਰੱਬ ਦੇ ਭੈ ਵਿੱਚ ਫੈਸਲੇ ਲੈਣੇ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਆਉਣਾ। ਗੁਰੂ ਦੇ ਉਪਦੇਸ਼ ਅਨੁਸਾਰ ਆਪਣੀ ਸੋਚ ਸੁਭਾਅ ਨੂੰ ਸ਼ਿੰਗਾਰਨਾ ਔਰ ਗੁਰੂ ਦੇ ਮਿਸ਼ਨ ਤੇ, ਰੱਬੀ ਮਿਸ਼ਨ ਤੇ ਜੀਵਨ ਨੂੰ ਤੋਰਨਾ। ਜ਼ਿੰਦਗੀ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ, ਪਰਿਵਾਰ ਲਈ ਵੀ ਕਰਨਾ, ਪਰ ਸੈਲਫਿਸ਼ ਹੋ ਕੇ ਖੂਹ ਦਾ ਡੱਡੂ ਨਹੀਂ, ਪਰ ਉਪਕਾਰ ਵੀ ਕਰਨਾ। ਇਹਾ ਭਗਤ ਹਰ ਭਾਵਣਿਆ। ਇਹ ਭਗਤੀ ਰੱਬ ਨੂੰ ਬਹੁਤ ਚੰਗੀ ਲੱਗਦੀ। ਹਰ ਭਾਵਣਿਆ ਵਾਹਿਗੁਰੂ ਜੀ ਨੂੰ ਬਹੁਤ ਪਿਆਰੀ ਲੱਗਦੀ ਇਹ ਭਗਤੀ, ਇਹ ਜ਼ਿੰਦਗੀ। ਗੁਰਮੁਖ ਭਗਤ ਜੁਗ ਚਾਰੇ ਹੋਈ। ਗੁਰੂ ਦੇ ਉਪਦੇਸ਼ ਵਿੱਚੋਂ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਨੂੰ ਭਗਤੀ ਬਣਾ ਲੈਣਾ। ਚਾਰ ਯੁੱਗ ਦੇ ਅਰਥ ਹੈ ਹਰ ਤਰ੍ਹਾਂ ਦੇ ਹਾਲਾਤ ਵਿੱਚ, ਹਰ ਤਰ੍ਹਾਂ ਦੇ ਮਾਹੌਲ ਵਿੱਚ ਇਹ ਜੀਵਨ ਭਗਤੀ ਬਣਦਾ ਹੈ। ਔਰਤ ਭਗਤ ਨਾ ਪਾਏ ਕੋਈ। ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾਂ ਬਾਕੀ ਜਿਹੜੀ ਹੋਰ ਭਗਤੀ ਹੈ ਨਾ, ਉਹ ਪ੍ਰਵਾਨ ਨਹੀਂ। ਆਖੋ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਸੇ ਬੰਦੇ ਤੋਂ ਸਿੱਖਾਂਗੇ, ਹੋ ਸਕਦਾ ਉਹ ਤੁਹਾਨੂੰ ਜੋਗ ਮਤ ਵਾਂਗੂ ਸਿਖਾ ਦੇਵੇ, ਹੋ ਸਕਦਾ ਉਹ ਦੁਨੀਆ ਦੇ ਮਤ ਵਾਂਗੂ ਸਿਖਾ ਦੇਵੇ, ਹੋ ਸਕਦਾ ਆਪਣੀ ਮਤ ਨਾਲ ਸਿਖਾ ਦੇਵੇ। ਇੱਕੋ ਇੱਕ ਤਰੀਕਾ ਹੈ ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਗੁਰੂ ਅਨੁਸਾਰ ਜੀਵਨ ਜਿਉਣਾ। ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਣੀ ਚਿਤ ਲਾਵਣਿਆ। ਹੈ ਨਾਨਕ ਜੀ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੋਏਗਾ ਤੇ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜਿਉਣਾ ਹੀ ਭਗਤੀ ਬਣ ਜਾਂਦਾ ਹੈ। ਗੁਰ ਚਰਣੀ, ਗੁਰ ਚਰਨ ਗੁਰ ਸ਼ਬਦ ਹੈ। ਗੁਰ ਸ਼ਬਦ ਗੁਰੂ ਦਾ ਉਪਦੇਸ਼ ਹੈ। ਗੁਰੂ ਦੇ ਉਪਦੇਸ਼ ਦੇ ਨਾਲ ਚਿੱਤ ਲਾਉਣਾ, ਭਾਵ ਯਾਦ ਰੱਖਣਾ ਗੁਰੂ ਸਾਹਿਬ ਕੀ ਕਹਿ ਰਹੇ ਨੇ। ਮਾਝ ਮਹੱਲਾ ਤੀਜਾ, ਮਾਝ ਰਾਗ ਦੀ 21ਵੀਂ ਅਸ਼ਟਪਦੀ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ 20ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਸੱਚਾ ਸੇਵੀ ਸੱਚ ਸਲਾਹੀ, ਅੰਦਰ ਇੱਕ ਇੱਛਾ, ਸੱਚ ਦੀ ਸੇਵਾ ਕਰਾਂ ਤੇ ਸੱਚ ਦੀ ਸਿਫਤ ਸਲਾਗਾ ਕਰਦਾ ਰਵਾਂ। ਸੱਚ ਵਾਹਿਗੁਰੂ ਹੈ, ਸੱਚ ਗੁਰੂ ਸਾਹਿਬ ਹੈ। ਗੁਰੂ ਸਾਹਿਬ ਦੀ ਸੇਵਾ, ਗੁਰੂ ਸਾਹਿਬ ਦਾ ਉਪਦੇਸ਼ ਮੰਨਣਾ ਹੈ। ਰੱਬ ਦੀ ਸੇਵਾ, ਰੱਬ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਜ਼ਿੰਦਗੀ 'ਚ ਜਿਉਣਾ ਹੈ। ਸਦਾ ਇਸ ਤਰ੍ਹਾਂ ਜਿਉਂਦਾ ਰਵਾਂ, ਪਹਿਲੀ ਇੱਛਾ। ਦੂਸਰੀ, ਸੱਚ ਸਲਾਹੀ, ਉਹਦੀ ਸਿਫਤ ਸਲਾਗਾ ਕਰਦਾ ਰਵਾਂ, ਉਹਨਾਂ ਨੂੰ ਵੰਡਦਾ ਰਵਾਂ। ਇਹ ਗੁਰੂ ਦਾ ਮਿਸ਼ਨ ਹੈ, ਪਰਉਪਕਾਰ ਦਾ ਮਿਸ਼ਨ ਹੈ।
ਗੁਰੂ ਪਾਤਸ਼ਾਹ ਤਾਂ ਵੰਡਣ ਵਾਸਤੇ ਆਪ ਜਾ ਕੇ ਬੂਹਾ ਖੜਕਾਉਂਦੇ ਸੀ। ਕਮਾਲ ਹੈ। ਕਦੀ ਭਾਈ ਲਾਲੋ ਦਾ ਦਰਵਾਜ਼ਾ ਖੜਕਾ ਦਿੰਦੇ ਸੀ ਤੇ ਕਦੀ ਭਾਈ ਮਲਕ ਭਾਗੋ ਦਾ। ਕਮਾਲ ਹੈ। ਲੋਕ ਬੱਟੇ ਮਾਰਦੇ ਸੀ, ਬੇਤਾਲਾ ਕਹਿੰਦੇ ਸੀ, ਕੁਰਾਈਆ ਕਹਿੰਦੇ ਸੀ। ਗੁਰੂ ਪਾਤਸ਼ਾਹ ਕਹਿੰਦੇ ਸੀ, ਮੈਂ ਤੇ ਭਇਆ ਦੀਵਾਨਾ, ਸ਼ਾਹ ਕਾ ਨਾਨਕ ਪਰਾਨਾ। ਮੈਂ ਤੇ ਆਪਣੇ ਰੱਬ ਦੇ ਪਿਆਰ ਵਿੱਚ, ਆਪਣੇ ਗੁਰੂ ਦੇ ਪਿਆਰ ਵਿੱਚ ਦੀਵਾਨਾ ਹੋਇਆ। ਤੁਸੀਂ ਜੋ ਮਰਜ਼ੀ ਕਹੀ ਚਲੋ। ਕੈਸਾ ਕਮਾਲ ਸਾਨੂੰ ਸਿਖਾਇਆ। ਗੁਰੂ ਦੇ ਵਿਰਸੇ ਵਿੱਚੋਂ, ਗੁਰੂ ਦੀ ਬਾਣੀ ਵਿੱਚੋਂ ਸਿੱਖ ਕੇ ਐਸੇ ਜਜ਼ਬੇ ਜਾਗਣਗੇ। ਅੰਦਰ ਇੱਕ ਭਾਵਨਾ ਹੋਵੇ, ਸੱਚ ਦੀ ਸੇਵਾ ਕਰਾਂ ਤੇ ਸੱਚ ਦੀ ਸਿਫਤ ਸਲਾਗਾ ਕਰਾਂ, ਹੋਰਨਾਂ ਨੂੰ ਵੰਡਾਂ। ਸੱਚਾ ਨਾਏ ਦੁੱਖ ਕਬਹੀ ਨਾਹੀ। ਫਿਰ ਹਾਲਾਤ ਵਿੱਚ ਵਿਘਨ, ਰੁਕਾਵਟਾਂ ਜੋ ਮਰਜ਼ੀ ਆਉਂਦਾ ਰਵੇ, ਜਦੋਂ ਸੱਚ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਿੱਚ ਭਿੱਜ ਕੇ ਜੀਵਨ ਜਿਉਣਾ ਆ ਗਿਆ, ਅੰਦਰੋਂ ਦੁਖੀ ਨਹੀਂ ਹੁੰਦਾ। ਆਖੋ ਵਾਹਿਗੁਰੂ। ਜੀਵਨ ਭਟਕਣਾ ਵਿੱਚ ਨਹੀਂ ਜਾਂਦਾ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾ ਬਣਿਆ। ਸੁੱਖਾਂ ਦਾ ਦਾਤਾ ਵਾਹਿਗੁਰੂ ਜੀ, ਉਹਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਯੋਗਤਾ ਆ ਜਾਂਦੀ ਹੈ। ਜਦੋਂ ਸੋਚ ਗੁਰੂ ਵਾਲੀ ਸੋਚ ਲਈ, ਗੁਰਮਤ, ਗੁਰੂ ਦਾ ਨਜ਼ਰੀਆ ਗੁਰਬਾਣੀ ਦੇ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ ਦੇਖਿਆ, ਗੁਰੂ ਦਾ ਨਜ਼ਰੀਆ ਗੁਰੂ ਦੇ ਇਤਿਹਾਸ ਵਿੱਚੋਂ ਦੇਖਿਆ। ਵਾਹ! ਜਿਵੇਂ ਗੁਰੂ ਸਾਹਿਬ ਨੇ ਫੈਸਲੇ ਲਏ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਕੌਤਕ ਕਰਕੇ ਸਾਨੂੰ ਇੱਕ ਰਾਹ ਦੱਸ ਦਿੱਤੇ। ਗੁਰੂ ਸਾਹਿਬ ਐਸੇ ਰਾਹ ਦਸੇਰੇ ਬਣੇ। ਗੁਰੂ ਸਾਹਿਬ ਦੀ ਸੋਚ ਨੂੰ ਸਮਝ ਕੇ ਜਦੋਂ ਮਨ ਵਿੱਚ ਇਹ ਵਸ ਗਈ ਨਾ ਗੁਰਮਤ, ਸਤਿਗੁਰੂ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ। ਹਉ ਵਾਰੀ ਜੀਓ ਵਾਰੀ, ਸੁਖ ਸਹਿਜ ਸਮਾਧ ਲਗਾ ਬਣਿਆ। ਜਿਨ੍ਹਾਂ ਦੇ ਅੰਦਰ ਆਤਮਿਕ ਸੁੱਖ ਹੈ, ਅੰਦਰ ਅਡੋਲਤਾ ਹੈ, ਇਸ ਅਡੋਲਤਾ ਵਿੱਚ ਉਹਨਾਂ ਦਾ ਧਿਆਨ ਜੁੜਿਆ, ਇਹੋ ਹੀ ਸਮਾਧੀ ਆਖੋ ਵਾਹਿਗੁਰੂ। ਸਭ ਤੋਂ ਵੱਡੀ ਸਮਾਧੀ ਹੈ ਅਡੋਲਤਾ ਵਿੱਚ ਗੁਰੂ ਦੇ ਮਾਰਗ ਤੇ ਤੁਰੇ ਰਹਿਣਾ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ। ਇਹ ਰਹਾਉ ਪਦੇ ਦੀਆਂ ਪੰਕਤੀਆਂ ਨੇ। ਜੋ ਹਰ ਸੇਵਹਿ ਸੇ ਸਦਾ ਸੋਹ ਹੈ, ਸ਼ੋਭਾ ਸੁਰਤ ਸੁਹਾਵਣਿਆ ਰਹਾਉ। ਸੈਂਟਰਲ ਆਈਡੀਆ, ਜੋ ਹਰੀ ਦੀ ਸੇਵਾ ਕਰਦੇ ਨੇ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਰੱਬ ਦੀ ਸੇਵਾ। ਵਾਹਿਗੁਰੂ ਜੀ ਦੇ ਭੈ ਵਿੱਚ ਫੈਸਲੇ ਲੈਣੇ, ਰੱਬ ਦੀ ਸੇਵਾ ਹੈ। ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ ਤੇ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਰੱਬ ਦੀ ਸੇਵਾ ਹੈ। ਉਹ ਸਦਾ ਹੀ ਵਾਹਿਗੁਰੂ ਦੇ ਦਰ ਤੇ ਸੌਂਦੇ ਨੇ। ਉਹਨਾਂ ਨੂੰ ਸੋਭਾ, ਵਡਿਆਈ ਦੇ ਅਰਥ ਹੈ ਬਖਸ਼ਿਸ਼ ਮਿਲਦੀ ਹੈ, ਕਿਉਂਕਿ ਉਹਨਾਂ ਦੀ ਸੁਰਤ ਸੁਹਾਵਣੇ ਆ, ਉਹਨਾਂ ਦੀ ਸੋਚ ਬੜੀ ਸੋਹਣੀ ਹੁੰਦੀ ਹੈ। ਸੁਰਤ ਸੋਚ ਦਾ ਵੀ ਹਿੱਸਾ ਹੈ। ਸੋਚ ਵੀ ਸੁਰਤ ਦਾ ਹਿੱਸਾ ਹੈ, ਸੁਭਾਅ ਵੀ ਸੁਰਤ ਦਾ ਹਿੱਸਾ ਹੈ। ਉਹਨਾਂ ਦੀ ਸੋਚ ਤੇ ਸੁਭਾਅ ਸੋਹਣੇ ਹੁੰਦੇ ਨੇ। ਸਤਿਗੁਰੂ ਕਹਿੰਦੇ ਮੈਂ ਕੁਰਬਾਨ ਜਾਣਾ। ਸਭ ਕੋ ਤੇਰਾ ਭਗਤ ਕਹਾਏ। ਉਂਝ ਤਾਂ ਹਰ ਕੋਈ ਆਪਣੇ ਆਪ ਨੂੰ ਰੱਬ ਦਾ ਭਗਤ ਕਹਾਉਂਦਾ ਹੈ, ਹਰ ਕੋਈ ਆਪਣੇ ਆਪ ਨੂੰ ਧਰਮੀ ਕਹਾਉਂਦਾ ਹੈ, ਹਰ ਕੋਈ ਚੰਗਾ ਕਹਾਉਂਦਾ ਹੈ, ਹਰ ਕੋਈ ਗੁਰੂ ਦਾ ਸਿੱਖ ਕਹਾ ਰਿਹਾ ਹੈ। ਪਰ ਸੇਈ ਭਗਤ ਤੇਰਾ ਮਨ ਭਾਏ। ਅਸਲੀ ਭਗਤ ਉਹ ਹੈ ਜਿਹੜਾ ਰੱਬ ਨੂੰ ਭਾ ਜਾਂਦਾ ਹੈ। ਸਿੱਖ ਤੇ ਹਰ ਕੋਈ ਕਹਾ ਰਿਹਾ, ਅਸਲੀ ਸਿੱਖ ਤਾਂ ਉਹ ਹੈ ਜਿਹੜਾ ਗੁਰੂ ਨੂੰ ਚੰਗਾ ਲੱਗਦਾ ਹੈ। ਉਹਦੀ ਨਿਸ਼ਾਨੀ, ਜਿਹੜਾ ਗੁਰੂ ਨੂੰ ਚੰਗਾ ਲੱਗਦਾ ਹੈ, ਉਹਨੂੰ ਗੁਰੂ ਸਾਹਿਬ ਗੁਰਮੁਖ ਸੁਭਾਅ ਦਿੰਦੇ ਨੇ, ਗੁਰਮਤ ਵਾਲੀ ਸੋਚ ਦਿੰਦੇ ਨੇ। ਉਹ ਪਰਉਪਕਾਰੀ ਹੋਏਗਾ, ਸੈਲਫਿਸ਼ ਨਹੀਂ ਹੋਏਗਾ, ਸਵਾਰਥੀ ਨਹੀਂ ਹੋਏਗਾ। ਉਹ ਗੁਰੂ ਦੇ ਮਿਸ਼ਨ ਤੇ ਤੁਰਨ ਵਾਲਾ ਹੋਏਗਾ, ਮਨਮੁਖਤਾਈ ਦੇ ਮਾਰਗ ਤੇ ਨਹੀਂ ਚੱਲੇਗਾ। ਸੱਚ ਬਾਣੀ ਤੁਦੈ ਸਲਾਹਨ, ਰੰਗ ਰਤੇ ਭਗਤ ਕਰਾਵਣਿਆ। ਉਹ ਸੱਚ ਦੀ ਬਾਣੀ, ਗੁਰੂ ਦੀ ਆਵਾਜ਼, ਗੁਰੂ ਦੇ ਉਪਦੇਸ਼ ਜ਼ਿੰਦਗੀ 'ਚ ਜਿਉਂਦੇ ਨੇ, ਉਹਦੀ ਸਿਫਤ ਸਲਾਗਾ ਕਰਦੇ ਨੇ, ਹੋਰਨਾਂ ਨੂੰ ਪ੍ਰੇਰਿਤ ਕਰਦੇ। ਸਲਾਹਨ ਦੇ ਅਰਥ ਹੁੰਦਾ ਹੈ, ਸਿਫਤ ਸਲਾਗਾ ਕਰਨ ਦੇ ਅਰਥ ਹੁੰਦਾ ਹੈ ਰੱਬ ਦੀਆਂ ਵਡਿਆਈਆਂ ਕਰਨੀਆਂ, ਇਸ ਲਈ ਕਿ ਆਪ ਵੀ ਉਹਦੇ ਤੋਂ ਸਿੱਖਾਂ ਤੇ ਹੋਰਨਾਂ ਨੂੰ ਵੀ ਵੰਡਿਆ ਜਾਵੇ। ਉਹ ਪਿਆਰ ਵਿੱਚ ਭਿੱਜੇ ਹੁੰਦੇ ਨੇ। ਇਹ ਜੀਵਨ ਹੀ ਉਹਨਾਂ ਦਾ ਭਗਤੀ ਬਣ ਜਾਂਦਾ ਹੈ। ਇਹ ਭਗਤੀ ਇਸ ਤਰ੍ਹਾਂ ਦੀ ਵਾਹਿਗੁਰੂ ਜੀ ਕਰਾਉਂਦੇ ਨੇ, ਗੁਰੂ ਸਾਹਿਬ ਆਪ ਕਰਵਾਉਂਦੇ ਨੇ। ਸਭ ਕੋ ਸੱਚੇ ਹਰ ਜੀਓ ਤੇਰਾ। ਹੈ ਵਾਹਿਗੁਰੂ ਜੀ, ਇਹ ਸੱਚੇ ਵਾਹਿਗੁਰੂ ਜੀ, ਸਾਰੇ ਤੇਰੇ ਪੈਦਾ ਕੀਤੇ ਨੇ ਤੇ ਤੂੰ ਸਾਰਿਆਂ ਦਾ ਹੈ। ਤੂੰ ਤਾਂ ਸਾਰਿਆਂ ਤੇ ਬਖਸ਼ਿਸ਼ ਕਰ ਰਿਹਾ। ਪਰ ਗੁਰਮੁਖ ਮਿਲੈ ਤਾਂ ਚੁੱਕੈ ਫੇਰਾ।
ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਸਮਰਪਿਤ ਹੋ ਜਾਂਦੇ ਨੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੋ ਜਾਂਦੇ। ਗੁਰੂ ਸਾਹਿਬ ਦੇ ਉਪਦੇਸ਼ ਨੂੰ ਦੇਖਦੇ ਨੇ, ਇਹਦੇ ਅਨੁਸਾਰ ਮੇਰਾ ਸੁਭਾਅ ਹੈ ਕਿ ਨਹੀਂ ਹੈ। ਜਿਹੜਾ ਹਿੱਸਾ ਸੁਭਾਅ ਦਾ ਨਹੀਂ ਹੈ ਉਹ ਬਦਲ ਦਿੰਦੇ ਨੇ, ਸੁਭਾਅ ਦਾ ਭਾਗ ਵੱਡਾ ਬਣ ਜਾਂਦਾ ਹੈ। ਜਿਹੜੀ ਸੋਚ ਗੁਰੂ ਦੇ ਉਪਦੇਸ਼ ਅਨੁਸਾਰ ਫਿੱਟ ਨਹੀਂ ਹੈ, ਸੋਚ ਛੱਡ ਦਿੰਦੇ ਨੇ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਜਦੋਂ ਸਮਰਪਿਤ ਹੁੰਦੇ ਨੇ ਨਾ, ਸੁਭਾਅ ਵੀ ਗੁਰਮੁਖ ਬਣ ਜਾਂਦਾ। ਫਿਰ ਉਹਨਾਂ ਦਾ ਮਨ ਕੁਸੰਗੀ ਪ੍ਰਵਿਰਤੀਆਂ ਵਿੱਚ ਫੇਰਾ ਨਹੀਂ ਪਾਉਂਦਾ, ਪਸ਼ੂ ਪ੍ਰਵਿਰਤੀਆਂ 'ਚ ਫੇਰਾ ਨਹੀਂ ਪਾਉਂਦਾ। ਭਾਵ ਮਨ ਉਹਨਾਂ ਪ੍ਰਵਿਰਤੀਆਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾ ਬਣਿਆ। ਫਿਰ ਵਾਹਿਗੁਰੂ ਜੀ ਨੂੰ ਬਹੁਤ ਚੰਗਾ ਲੱਗਦਾ। ਜਦੋਂ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਨਾ, ਫਿਰ ਗੁਰਸਿੱਖਾਂ ਦਾ ਮਨ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਪਿਆਰ ਵਿੱਚ ਭਿੱਜ ਜਾਂਦਾ। ਨਾਏ ਰਚਾਵੈ, ਤੂੰ ਆਪ ਹੀ ਵਾਹਿਗੁਰੂ ਜੀ ਇਸ ਤਰ੍ਹਾਂ ਜ਼ਿੰਦਗੀ ਜਿਉਣ ਦੀ ਜੁਗਤ ਦਿੰਦੇ ਹੋ। ਉਹ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਜਪਣਾ ਆ ਜਾਂਦਾ ਉਹਨਾਂ ਨੂੰ। ਆਪ ਹੀ ਜਪਾਉਂਦੇ ਹੋ ਤੁਸੀਂ, ਆਪ ਹੀ ਮਨ ਵਿੱਚ ਪਿਆਰ ਬਣਾ ਦਿੰਦੇ ਹੋ। ਬਣਾਉਂਦੇ ਕਿਵੇਂ ਹੋ? ਗੁਰਮਤੀ ਹਰ ਮਨ ਵਸਾਇਆ। ਗੁਰੂ ਦੀ ਸੋਚ ਚੰਗੀ ਲੱਗਦੀ ਹੈ। ਉਹ ਇਤਿਹਾਸ ਕੇਵਲ ਪੜ੍ਹਦੇ ਹੀ ਨਹੀਂ, ਕੇਵਲ ਸੁਣਦੇ ਹੀ ਨਹੀਂ, ਉਹ ਇਤਿਹਾਸ ਵਿੱਚੋਂ ਸਿੱਖਦੇ ਨੇ। ਸਾਡੇ ਕੋਲ ਗੁਰੂ ਸਾਹਿਬਾਨਾਂ ਦਾ ਇਤਿਹਾਸ, ਖਾਲਸੇ ਦਾ ਇਤਿਹਾਸ, ਗੁਰੂ ਕੇ ਪਿਆਰੇ ਸਚਿਆਰੇ ਸ਼ਹੀਦਾਂ ਦਾ ਇਤਿਹਾਸ ਐਡਾ ਕਮਾਲ ਦਾ ਖਜ਼ਾਨਾ ਹੈ। ਅਸੀਂ ਸਿੱਖਣਾ ਚਾਹੀਏ ਤੇ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸਿੱਖ ਸਕਦੇ। ਸਿੱਖ ਦੀ ਰਾਜਨੀਤੀ ਕਿਹੋ ਜਿਹੀ ਹੋਵੇ ਤੇ ਸਿੱਖਾਂ ਦੇ ਕੋਲ ਰਾਜਨੀਤਿਕ ਲੀਡਰ ਕਿਹੋ ਜਿਹੇ ਹੋਣ, ਸਿੱਖਾਂ ਨੂੰ ਰਾਜਨੀਤਿਕ ਦਿਸ਼ਾ ਕਿਹੋ ਜਿਹੀ ਹੋਵੇ, ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਅਸੀਂ ਸਿੱਖ ਸਕਦੇ ਹਾਂ। ਪਰ ਸਿੱਖਣ ਲਈ ਖੁਦ ਸਾਨੂੰ ਸਿੱਖਿਆਰਥੀ ਬਣਨਾ ਪਵੇਗਾ, ਸਿੱਖਣ ਦੀ ਭਾਵਨਾ ਵਾਲੇ। ਮੰਗਣ ਪ੍ਰਵਿਰਤੀ ਤੋਂ ਉੱਪਰ ਉੱਠ ਕੇ ਸਿੱਖਣ ਪ੍ਰਵਿਰਤੀ ਤੇ ਜੁੜਨਾ ਪਵੇਗਾ। ਸਾਡਾ ਸਿੱਖ ਸਮਾਜ ਕਿਹੋ ਜਿਹਾ ਹੋਵੇ, ਸਾਡੇ ਸਿੱਖ ਸਮਾਜ ਦੇ ਵਿੱਚ ਖੁਸ਼ੀਆਂ ਦੇ ਸਮਾਗਮ ਕਿਹੋ ਜਿਹੇ ਹੋਣ, ਗਮੀ ਦੇ ਸਮਾਗਮ ਕਿਹੋ ਜਿਹੇ ਹੋਣ, ਅਸੀਂ ਖੁਸ਼ੀਆਂ ਕਿਸ ਤਰੀਕੇ ਨਾਲ ਮਨਾਈਏ, ਸਾਡੇ ਸਮਾਜਿਕ ਇਕੱਠ, ਪਰਿਵਾਰਕ ਇਕੱਠ ਕਿਸ ਤਰ੍ਹਾਂ ਦੇ ਹੋਣ, ਸਾਡੇ ਗੁਰਮਤ ਇਕੱਠ ਕਿਸ ਤਰ੍ਹਾਂ ਦੇ ਹੋਣ, ਸਾਡੇ ਗੁਰਮਤ ਸਮਾਗਮ ਕਿਸ ਤਰ੍ਹਾਂ ਦੇ ਹੋਣ। ਸਿੱਖਣਾ ਹੋਵੇ ਤੇ ਗੁਰੂ ਦੇ ਇਤਿਹਾਸ ਵਿੱਚ ਬਹੁਤ ਕੁਝ ਪਿਆ ਹੈ। ਸਿੱਖਿਆਰਥੀ ਬਣਨ ਦੀ ਲੋੜ ਹੈ। ਫਿਰ ਉਹ ਜੋ ਗੁਰੂ ਦੇ ਇਤਿਹਾਸ ਵਿੱਚ ਵਰਤਾਰੇ ਵਰਤਦੇ ਸੀ, ਗੁਰੂ ਕੇ ਪਿਆਰੇ ਸਚਿਆਰੇ ਸ਼ਹੀਦਾਂ ਦੇ ਜੀਵਨ ਵਿੱਚ ਝਲਕਾਰੇ ਵਰਤਦੇ ਸੀ, ਉਹਦੇ 'ਚ ਸੁਭਾਅ ਕਿਹੋ ਜਿਹਾ ਹੁੰਦਾ ਹੈ, ਉਹਦੇ 'ਚ ਸੋਚ ਕੈਸੀ ਹੁੰਦੀ ਹੈ, ਉਹ 'ਚ ਜਜ਼ਬਾ ਕਿੱਥੋਂ ਮਿਲੇ, ਉਹ ਲਗਨ ਕਿੱਥੋਂ ਆਵੇ, ਉਹ ਪਿਆਰ ਕਿੱਥੋਂ ਆਵੇ, ਇਹ ਸਭ ਕੁਝ ਸਿੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਖਜ਼ਾਨਾ ਲੱਭਾ ਲੱਭ ਭਰਿਆ ਪਿਆ। ਸਿੱਖਿਆਰਥੀ ਬਣਨਾ ਪਵੇ, ਸਿੱਖਣ ਵਾਲੇ ਪਾਸੇ ਤੁਰਨਾ ਪਵੇਗਾ। ਫਿਰ ਜਿਉਂ-ਜਿਉਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਾਂਗੇ, ਗੁਰੂ ਦੀ ਸੋਚ ਪਤਾ ਲੱਗੇਗੀ। ਗੁਰੂ ਦੀ ਸੋਚ ਅਨੁਸਾਰ ਫਿਰ ਜਦੋਂ ਸੋਚ ਤੇ ਸੁਭਾਅ ਬਣਨੇ ਸ਼ੁਰੂ ਹੋਣਗੇ, ਫਿਰ ਵਾਹਿਗੁਰੂ ਜੀ ਆਪੇ ਮਨ ਵਿੱਚ ਪਿਆਰ ਵਸਾ ਦਿੰਦੇ ਨੇ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਫਿਰ ਚਿੰਤਾ, ਮੋਹ ਮਮਤਾ, ਸਵਾਰਥੀ ਹੋਣਾ, ਨਫ਼ਰਤ ਵਿੱਚ ਜਿਉਣਾ, ਹੰਕਾਰ ਵਿੱਚ ਜਿਉਣਾ, ਐਵੇਂ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚ ਉਛਲਣਾ, ਇਹ ਫਿਰ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦੀ ਘੁੰਮਣ ਘੇਰੀ ਤੋਂ ਬਚ ਜਾਏਗਾ। ਵਾਹਿਗੁਰੂ ਜੀ ਬਚਾ ਲੈਣਗੇ। ਇੱਕ ਸਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾ ਬਣਿਆ। ਫਿਰ ਲਿਵ ਲਾਗੀ ਵਾਹਿਗੁਰੂ ਦੇ ਮਾਰਗ ਤੇ, ਗੁਰੂ ਦੇ ਮਾਰਗ ਤੇ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਮਨ ਵਿੱਚ ਵਸ ਜਾਂਦਾ ਹੈ। ਮਨ ਨੂੰ ਬੜਾ ਚੰਗਾ ਲੱਗਦਾ, ਇੱਕ ਪਿਆਰ ਬਣ ਜਾਂਦਾ ਹੈ। ਭਗਤ ਰੰਗ ਰਾਤੇ ਸਦਾ ਤੇਰਾ ਚਾਏ। ਫਿਰ ਉਹਨਾਂ ਦਾ ਜੀਵਨ ਭਗਤ ਬਣ ਜਾਂਦਾ ਹੈ, ਸੁਭਾਅ ਭਗਤ ਹੁੰਦਾ ਹੈ, ਉਹਨਾਂ ਦਾ ਜੀਵਨ ਭਗਤੀ ਬਣ ਜਾਂਦਾ ਹੈ। ਉਹ ਵਾਹਿਗੁਰੂ ਦੇ ਪਿਆਰ ਵਿੱਚ ਐਸੇ ਭਿੱਜੇ ਰਹਿੰਦੇ ਨੇ, ਅੰਦਰ ਚਾਓ ਜਜ਼ਬਾ ਬਣ ਜਾਂਦਾ ਹੈ। ਸਦਾ ਤੇਰਾ ਚਾਏ, ਉਹ ਚਾਓ ਵਿੱਚ, ਜਜ਼ਬੇ ਵਿੱਚ। ਉਹ ਇਸ ਲਈ ਪਰਉਪਕਾਰ ਨਹੀਂ ਕਰਦੇ ਕਿ ਇਹਦੇ 'ਚੋਂ ਮੈਨੂੰ ਫਾਇਦਾ ਹੋਵੇ, ਉਹ ਇਸ ਲਈ ਪਰਉਪਕਾਰ ਕਰਦੇ, ਉਹਨਾਂ ਨੂੰ ਪਰਉਪਕਾਰ ਕਰਨ ਦਾ ਚਾਓ ਚੜ੍ਹਿਆ ਹੁੰਦਾ ਹੈ। ਉਹ ਇਸ ਲਈ ਧਰਮ ਦੇ ਕਰਮ ਨਹੀਂ ਕਰਦੇ ਕਿ ਮੇਰੀ ਆਹ ਮੰਗ ਪੂਰੀ ਹੋ ਜਾਵੇ, ਆਹ ਮੰਗ ਪੂਰੀ ਹੋ ਜਾਵੇ। ਉਹ ਤੇ ਇਸ ਲਈ ਧਰਮ ਨਿਭਾਉਂਦੇ ਨੇ ਕਿਉਂਕਿ ਉਹਨਾਂ ਨੂੰ ਚਾਓ ਚੜ੍ਹਿਆ ਹੁੰਦਾ ਇਸ ਮਾਰਗ ਤੇ ਤੁਰਨ। ਫਿਰ ਵਾਹਿਗੁਰੂ ਜੀ ਦੀ ਐਸੀ ਕਲਾ ਵਾਪਰਦੀ, ਨਾਉ ਨਿਧ ਨਾਮ ਬਸਿਆ ਮਨ ਆਏ।
ਮਨ ਵਿੱਚ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਸ ਜਾਂਦਾ ਹੈ। ਦੁਨੀਆ ਦੇ ਕਿਸੇ ਪਦਾਰਥ ਦੀ ਭੁੱਖ ਨਹੀਂ ਰਹਿੰਦੀ। ਨੌ ਨਿਧ ਸਮਝ ਲਓ, ਨਾਮ ਹੀ ਉਹਨਾਂ ਲਈ ਨੌ ਨਿਧੀਆਂ ਹੈ, ਨਾਮ ਹੀ ਸਭ ਕੁਝ ਹੈ। ਉਹਨਾਂ ਨੂੰ ਜੀਵਨ ਦੀ ਅਸਲੀ ਰਮਜ਼ ਤੇ ਅਸਲੀ ਵੈਲਿਊ ਸਮਝ ਆ ਜਾਂਦੀ। ਪੂਰਾ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਸੁਭਾਉ ਦਾ ਕਮਜ਼ੋਰ ਜਿਹਾ ਹਿੱਸਾ ਗੁਰੂ ਦੇ ਉਪਦੇਸ਼ਾਂ ਨੇ ਬਦਲ ਦੇਣਾ ਹੈ। ਸੋਚ ਦਾ ਘਟੀਆ ਜਿਹਾ ਹਿੱਸਾ ਗੁਰੂ ਦੇ ਉਪਦੇਸ਼ਾਂ ਨੇ ਬਦਲ ਦੇਣਾ ਹੈ। ਨਫ਼ਰਤ ਕਰ ਕਰਕੇ ਜਿਉਂ ਕਿ ਕੀ ਖਟਾਂਗੇ, ਇਤਨਾ ਜਾਗਣੀ ਹੈ। ਨਿੰਦਾ ਚੁਗਲੀ ਵਿੱਚੋਂ ਕਦੀ ਕਿਸੇ ਨੇ ਕੁਝ ਕੱਢਿਆ, ਕਦੀ ਕਿਸੇ ਨੂੰ ਕੁਝ ਮਿਲਿਆ, ਤੇ ਨਿੰਦਾ ਚੁਗਲੀ ਚੋਂ ਮਿਲੇਗਾ ਵੀ ਕੀ। ਇਸ ਤੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਬਚਾ ਦੇਣਾ ਹੈ। ਹੰਕਾਰ ਸਵਾਰਥੀ ਬਣ ਕੇ ਲੋਭ ਲਾਲਚ ਦੇ ਵਿੱਚ ਜਿਉਂ ਕਿ ਕਦੀ ਕਿਸੇ ਦੀ ਬੇੜੀ ਪਾਰ ਹੋਈ, ਕੀ ਖਟੇਗਾ। ਅੰਦਰ ਚੇਤਨਾ ਜਾਗੇਗੀ। ਉਸ ਚੇਤਨਾ ਦੇ ਨਾਲ ਸੋਚ ਤੇ ਸੁਭਾਅ ਪੂਰਾ ਭਾਗ, ਚੰਗੇ ਭਾਗ, ਚੰਗੇ ਗੁਣ, ਚੰਗੇ ਜਜ਼ਬੇ, ਚੰਗੀ ਭਾਵਨਾ, ਚੰਗੇ ਵਿਚਾਰ, ਇਹ ਸਤਿਗੁਰ ਸਰੂਪ ਤੋਂ ਪ੍ਰਾਪਤ ਹੋਣਗੇ। ਗੁਰੂ ਦੀ ਆਵਾਜ਼ ਨੇ ਸਿਖਾਉਣਾ। ਸਿਖਾਉਣਾ ਕਿਵੇਂ? ਸ਼ਬਦੇ ਮੇਲ ਮਿਲਾਵਣਿਆ। ਗੁਰੂ ਦੇ ਉਪਦੇਸ਼ ਨਾਲ ਮੇਲ ਮਿਲ ਜਾਏਗਾ, ਮਿਲਾਪ ਹੋ ਜਾਏਗਾ, ਬੜਾ ਚੰਗਾ ਲੱਗੇਗਾ। ਗੁਰੂ ਦਾ ਉਪਦੇਸ਼ ਮੰਨਣ ਦੀ ਭਾਵਨਾ ਜਾਗੇਗੀ। ਫਿਰ ਪਤਾ ਲੱਗੇਗਾ ਇਹ ਸਭ ਵਰਤਾਰਾ ਮੇਰੇ ਵਾਹਿਗੁਰੂ ਦਾ ਹੈ। ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਤੂੰ ਦਇਆਲ ਸਦਾ ਸੁਖ ਦਾਤਾ। ਵਾਹਿਗੁਰੂ ਜੀ ਤੁਸੀਂ ਦਇਆਲੂ, ਸਦਾ ਸੁਖ, ਸਦਾ ਆਨੰਦ, ਆਤਮਿਕ ਸੁਖ ਜੋ ਸਦਾ ਅੰਦਰ ਹੁਲਾਰਾ ਦਿੰਦਾ ਹੈ, ਇਹ ਤੁਸੀਂ ਹੀ ਦਿੰਦੇ ਹੋ ਵਾਹਿਗੁਰੂ ਜੀ। ਤੂੰ ਆਪੇ ਮੇਲਾ ਹੈ ਗੁਰਮੁਖ ਜਾਤਾ। ਵਾਹਿਗੁਰੂ ਜੀ ਆਪ ਹੀ ਮਿਲਾਪ ਕਰਾਉਂਦੇ ਗੁਰੂ ਦੇ ਨਾਲ, ਆਪ ਹੀ ਗੁਰੂ ਦੇ ਨਾਲ ਮਿਲਾਪ ਕਰਾ ਕੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨਾਲ ਸਾਂਝ ਪਵਾ ਦਿੰਦੇ ਨੇ, ਉਪਦੇਸ਼ ਦੀ ਸੋਝੀ ਕਰਵਾ ਦਿੰਦੇ ਨੇ ਗੁਰਮੁਖ ਜਾਤਾ। ਇਹ ਗੁਰਮੁਖ ਸੁਭਾਅ ਦੇ ਵਿੱਚ ਹੀ ਫਿਰ ਇਹ ਸਾਰੇ ਮਾਰਗ ਦੀ ਪਹਿਚਾਣ ਆਉਂਦੀ ਹੈ, ਸਮਝ ਆਉਂਦੀ ਹੈ, ਚੰਗਾ ਲੱਗਦਾ, ਪਿਆਰਾ ਲੱਗਦਾ ਹੈ ਮਾਰਗ। ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਵਾਹਿਗੁਰੂ ਜੀ ਤੁਸੀਂ ਆਪ ਹੀ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੀ ਵਡਾਈ ਦੇ ਅਰਥ ਹੈ ਬਖਸ਼ਿਸ਼ ਦਿੰਦੇ ਹੋ। ਉਹ ਬਖਸ਼ਿਸ਼ ਨਾਮ ਰਤੇ ਇਸ ਪਿਆਰ ਵਿੱਚ ਭਿੱਜਦੇ ਨੇ। ਆਪ ਹੀ ਤੁਸੀਂ ਇਹ ਪਿਆਰ ਦਾ ਰਸ ਦਿੰਦੇ ਹੋ ਤੇ ਆਪ ਹੀ ਆਤਮਿਕ ਸੁਖ ਅੰਦਰ ਵਸਾ ਦਿੰਦੇ ਹੋ। ਵਾਹਿਗੁਰੂ ਜੀ ਸਦਾ ਸਦਾ ਸਾਚੇ ਤੁਧ ਸਾਲਾਹੀ। ਫਿਰ ਵਾਹਿਗੁਰੂ ਜੀ ਦੀ ਸਿਫਤ ਸਲਾਗਾ, ਗੁਰੂ ਦੀ ਸਿਫਤ ਸਲਾਗਾ। ਆਪ ਆਨੰਦ ਮਾਣਨਾ, ਆਪ ਸਿੱਖਣਾ ਤੇ ਹੋਰਨਾਂ ਨੂੰ ਵੰਡਣਾ। ਵਾਹਿਗੁਰੂ ਜੀ ਤੁਸੀਂ ਆਪ ਹੀ ਬਖਸ਼ ਦਿਓ। ਸੱਚ ਇਹ ਹੈ, ਪਰਉਪਕਾਰ ਦਾ ਮਿਸ਼ਨ, ਇਹ ਖਜ਼ਾਨਾ ਆਪ ਆਨੰਦ ਮਾਣਨਾ, ਆਪ ਸਿੱਖਣਾ ਤੇ ਹੋਰਨਾਂ ਨੂੰ ਵੰਡਣਾ, ਇਹ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤਦ ਹੀ ਮਿਲਦਾ ਹੈ। ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲ ਸਕਦਾ। ਹਰ ਕੋਈ ਇਸ ਦਾ ਪਾਤਰ ਨਹੀਂ ਬਣ ਸਕਦਾ। ਜੇ ਆਪ ਵੰਡਣ ਦੀ ਗੱਲ ਹੁੰਦੀ ਤੇ ਆਪਣੇ ਬੱਚਿਆਂ ਨੂੰ ਗੁਰੂ ਵਿਰਸਾ ਹਰ ਕੋਈ ਵੰਡ ਦਿੰਦਾ, ਤਾਂ ਨਹੀਂ ਹੁੰਦਾ। ਵਾਹਿਗੁਰੂ ਜੀ ਨੂੰ ਸਮਰਪਿਤ ਹੋਣਾ ਹੈ। ਗੁਰਮੁਖ ਜਾਤਾ ਦੂਜਾ ਕੋ ਨਾਹੀ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋਵਾਂਗੇ, ਗੁਰੂ ਦੇ ਮਾਰਗ ਨੂੰ ਸਮਰਪਿਤ ਹੋਵਾਂਗੇ ਤਾਂ ਮਿਲੇਗਾ। ਦੂਜੇ ਮਾਰਗ ਤੇ ਤੁਰ ਕੇ, ਦੂਜੇ ਰਸਾਂ ਕਸਾਂ ਵਿੱਚ ਸਵਾਰਥੀ ਹੋ ਕੇ ਜਿਉਂ ਕਿ ਇਹ ਨਹੀਂ ਮਿਲੇਗਾ ਮਾਰਗ। ਏਕ ਸਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨਹਿ ਮਿਲਾਵਣਿਆ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ। ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਦਾ ਹੈ, ਗੁਰੂ ਦੇ ਉਪਦੇਸ਼ ਵਸਦੇ ਨੇ, ਪਿਆਰ ਬਣ ਜਾਂਦਾ ਹੈ, ਪਿਆਰ ਵਿੱਚ ਮਨ ਸਮਾ ਜਾਂਦਾ ਹੈ, ਮਨ ਮੰਨਣ ਲੱਗ ਜਾਂਦਾ ਹੈ। ਮੰਨਣ ਲੱਗ ਜਾਂਦਾ ਤੈਨੂੰ ਅਸਲੀ ਮਿਲਾਪ ਸਮਝ ਆਉਂਦੀ ਹੈ। ਗੁਰਮੁਖ ਹੋਵੈ ਸੋ ਸਾਲਾਹੇ। ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ, ਉਹਨਾਂ ਦਾ ਖੁਦ ਦਾ ਸੁਭਾਅ ਗੁਰਮੁਖ ਹੋ ਜਾਂਦਾ ਹੈ। ਉਹੋ ਹੀ ਸਿਫਤ ਸਲਾਗਾ ਕਰਦੇ ਨੇ, ਇਸ ਖਜ਼ਾਨੇ ਨੂੰ ਹੋਰਨਾਂ ਤੱਕ ਵੰਡਦੇ। ਸਾਚੇ ਠਾਕੁਰ ਵੇ ਪਰਵਾਹੇ। ਵੇ ਪ੍ਰਵਾਹ ਠਾਕੁਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ ਤੇ ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾ ਬਣਿਆ। ਹੈ ਨਾਨਕ ਜੀ ਉਹਨਾਂ ਦੇ ਮਨ ਵਿੱਚ ਨਾਮ ਵਸਦਾ ਹੈ, ਗਿਆਨ ਰੂਪੀ ਨਾਮ, ਧਿਆਨ ਰੂਪੀ ਨਾਮ, ਰੱਬ ਦੀ ਮਿੱਠੀ ਮਿੱਠੀ ਯਾਦ, ਰੱਬ ਦਾ ਪੈ ਸ਼ੁਕਰਾਨਾ ਉਹਨਾਂ ਦੇ ਮਨ ਵਿੱਚ ਵਸਦਾ ਹੈ। ਗਿਆਨ ਰੂਪੀ ਨਾਮ, ਗੁਰੂ ਦੇ ਉਪਦੇਸ਼ ਵਸਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਿੱਖਦੇ ਨੇ, ਪਿਆਰੇ ਲੱਗਦੇ ਨੇ, ਅੰਦਰ ਵਸ ਜਾਂਦੇ।
ਜ਼ਿੰਦਗੀ ਜਿਉਂਦੇ ਨੇ, ਰੱਬ ਦੇ ਹਰ ਵਰਤਾਰੇ ਵਿੱਚੋਂ, ਕੁਦਰਤ ਦੇ ਹਰ ਵਰਤਾਰੇ ਵਿੱਚੋਂ ਰੱਬ ਦਾ ਉਪਦੇਸ਼ ਮਿਲ ਜਾਂਦਾ ਹੈ। ਇਹ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਮਿਲਾਪ ਕਰਵਾ ਦਿੰਦੇ ਨੇ। ਗੁਰਸ਼ਬਦੀ ਹਰ ਮੇਲ ਆਈ ਹੈ। ਗੁਰੂ ਦੇ ਉਪਦੇਸ਼ ਰਾਹੀਂ ਇੱਦਾਂ ਰੱਬ ਦੇ ਉਪਦੇਸ਼ਾਂ ਨਾਲ, ਰੱਬ ਦੀ ਯਾਦ ਨਾਲ ਮਿਲਾਪ ਹੋ ਜਾਂਦਾ, ਮਿਲਾ ਦਿੰਦੇ ਨੇ ਵਾਹਿਗੁਰੂ। ਮਾਝ ਮਹੱਲਾ ਤੀਜਾ, ਅੱਗੋਂ ਮਾਝ ਰਾਗ ਦੀ 23ਵੀਂ ਅਸ਼ਟਪਦੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ 22ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਇਹਦੇ ਪਹਿਲੇ ਪਦੇ ਤੇ ਰਾਹੋ ਪਦੇ ਦੀ ਵਿਚਾਰ ਆਪਾਂ ਅੱਜ ਕਰਾਂਗੇ, ਬਾਕੀ ਕੱਲ। ਤੇਰੇ ਭਗਤ ਸੋਹਾਂ ਹੈ ਸਾਚਾ ਦਰਬਾਰੇ, ਜਿਨ੍ਹਾਂ ਨੂੰ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣਾ ਆ ਗਿਆ ਨਾ, ਗੁਰੂ ਦੇ ਮਾਰਗ ਤੇ, ਰੱਬ ਦੇ ਮਾਰਗ ਤੇ ਤੁਰਨਾ ਆ ਗਿਆ, ਉਹਨਾਂ ਦਾ ਸੁਭਾਅ ਵੀ ਭਗਤ, ਉਹਨਾਂ ਦੀ ਜ਼ਿੰਦਗੀ ਵੀ ਭਗਤੀ ਆ, ਉਹਨਾਂ ਦਾ ਜਿਉਣਾ ਭਗਤੀ ਬਣ ਜਾਂਦਾ। ਉਹ ਰੱਬ ਦੇ ਦਰਬਾਰ ਵਿੱਚ ਸੋਂਦੇ ਨੇ, ਭਾਵ ਉਹਨਾਂ ਨੂੰ ਬਖਸ਼ਿਸ਼ ਮਿਲ ਜਾਂਦੀ। ਗੁਰ ਕੈ ਸ਼ਬਦ ਨਾਮ ਸਵਾਰੇ, ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੇ ਉਪਦੇਸ਼ ਅਨੁਸਾਰ ਰੱਬ ਦੇ ਨਾਮ ਰਾਹੀਂ ਉਹਨਾਂ ਦੀ ਸੋਚ ਤੇ ਸੁਭਾਅ ਸੰਵਾਰੇ ਜਾਂਦੇ ਨੇ। ਉਹਨਾਂ ਦਾ ਜੀਵਨ ਬਹੁਤ ਸੋਹਣਾ ਹੁੰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਉਹ ਸਦਾ ਹੀ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਆਨੰਦ ਰਸ ਵਿੱਚ ਦਿਨ ਰਾਤ ਜਿਉਂਦੇ ਨੇ। ਗੁਣਾਂ ਨੂੰ ਜ਼ਿੰਦਗੀ 'ਚ ਜਿਉਂਦੇ ਨੇ, ਪਰਉਪਕਾਰ ਲਈ ਵਰਤਦੇ ਨੇ ਤੇ ਗੁਣਾਂ ਦੀ ਵਿਚਾਰਾਂ ਕਰਕੇ ਹੋਰਾਂ ਨੂੰ ਵੰਡਦੇ ਨੇ। ਉਹ ਖੁਦ ਗੁਣਵਾਨ ਬਣ ਜਾਂਦੇ ਨੇ ਤੇ ਗੁਣਾਂ ਵਿੱਚ ਸਮਾ ਜਾਂਦੇ ਨੇ। ਹਉ ਵਾਰੀ ਜੀਓ ਵਾਰੀ, ਨਾਮ ਸੁਣ ਮਨ ਵਸਾ ਬਣਿਆ। ਸਤਿਗੁਰੂ ਜੀ ਕਹਿੰਦੇ ਮੈਂ ਬਲਿਹਾਰ ਜਾਨਾ, ਕੁਰਬਾਨ ਜਾਨਾ ਉਹਨਾਂ ਤੋਂ ਜਿਨ੍ਹਾਂ ਨੇ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਨੂੰ ਸੁਣਿਆ, ਮੰਨਿਆ ਤੇ ਮਨ ਵਿੱਚ ਵਸਾ ਲਿਆ। ਹਰ ਜੀਓ ਸੱਚਾ ਉੱਚੋ ਉੱਚਾ, ਹਉਮੈ ਮਾਰ ਮਿਲਾਵਣਿਆ ਰਹਾਓ। ਜਿਨ੍ਹਾਂ ਨੇ ਗਿਆਨ ਰੂਪੀ ਨਾਮ ਨੂੰ ਮੰਨਿਆ ਨਾ, ਫਿਰ ਵਾਹਿਗੁਰੂ ਜੀ ਨੇ ਉਹਨਾਂ ਦੇ ਅੰਦਰੋਂ ਉਹ ਹਉਮੈ ਮਾਰ ਦਿੱਤੀ ਜਿਹੜੀ ਹਉਮੈ ਕਹਿੰਦੀ ਸੀ ਮੇਰਾ ਸੁਭਾਅ ਪਰਫੈਕਟ ਹੈ। ਫਿਰ ਉਹਨਾਂ ਨੂੰ ਸਮਝ ਪੈ ਗਈ ਸੁਭਾਅ ਬਦਲਣ ਦੀ ਲੋੜ ਹੈ। ਫਿਰ ਉਹ ਹਉਮੈ ਮਿਟ ਗਈ ਜਿਹੜਾ ਹਉਮੈ ਕਹਿੰਦੀ ਸੀ ਕਿ ਜਿਹੜੀ ਸੋਚ, ਮੇਰੀ ਸੋਚ ਹੀ ਪਰਫੈਕਟ ਹੈ। ਫਿਰ ਉਹਨੂੰ ਪਤਾ ਲੱਗਿਆ ਸੋਚ ਬਦਲਣ ਵਾਲੀ ਹੈ। ਇੱਦਾਂ ਵਾਹਿਗੁਰੂ ਜੀ ਨੇ ਇਹ ਹਉਮੈ ਦਾ ਅਹੰ ਭਾਵ ਮੇਟ ਦਿੱਤਾ, ਸੱਚ ਨਾਲ ਮਿਲਾਪ ਕਰਵਾਇਆ। ਉਹਨਾਂ ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼ ਗਿਆਨ ਰੂਪੀ ਨਾਮ ਨੂੰ ਸੁਣਿਆ, ਮੰਨਿਆ ਤੇ ਹੋਰਨਾਂ ਨੂੰ ਵੰਡਿਆ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ। ਅੱਗੋਂ ਦੂਜੇ ਪਦੇ ਤੋਂ ਵਿਚਾਰ ਕੱਲ੍ਹ ਦੇ ਐਪੀਸੋਡ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ